ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਵਾਸਤੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਮੈਂ ਰਾਜਕਨਵੀਰ ਸਿੰਘ ਫਰੈਸਨੋ ਸਟੂਡੀਓਜ਼ ਤੋਂ ਤੇ ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ ਸੈਨੋਜ਼ ਦੇ ਸਟੂਡੀਓਜ਼ ਤੋਂ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube ਤੇ ਲਾਈਵ ਜੁੜੇ ਹੋਏ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 8 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਸਪਾਂਸਰਸ ਦਾ ਧੰਨਵਾਦ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ 'ਚ ਸਹਿਯੋਗ ਕੀਤਾ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ, ਅਵਤਾਰ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਪਰਮਜੀਤ ਦਿਓਲ ਫਰੈਜ਼ਨੋ, ਲਖਬੀਰ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰੋਸਾਈਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਜ਼ੈਂਡਰ ਮਾਰਗੇਜ ਅਤੇ ਰੀਅਲ ਅਸਟੇਟ, ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੁਹੱਜਿਮਾ 559-905-2575। ਟੇਟਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਟਕੀਆਣਾ 4159090503। ਕੋਲੀਆ ਟਰੱਕ ਡਰਾਈਵਿੰਗ ਸਕੂਲ, ਫਰੈਜ਼ਨੋ ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ, ਕਾਲ 5592663737। ਟਰੀਅਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਅਤੇ ਟੀਮ ਡਰਾਈਵਰਸ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕਹਿੰਦੇ ਵੀ ਜਿਹੜੇ ਰਿਪਬਲਿਕਨਸ ਆ ਉਹ ਫਾਈਟ ਕਰ ਰਹੇ ਆ ਵੀ ਜਿਹੜੀ ਇਨਫੋਰਮੇਸ਼ਨ ਫੈਲਾਈ ਜਾ ਰਹੀ ਹੈ ਡੈਫਟ ਸੀਲਿੰਗ ਦੇ ਸੰਬੰਧ ਦੇ ਵਿੱਚ, ਤੇ ਕੀ ਕਾਰਨ ਆ ਜਿਹਦੇ ਕਰਕੇ ਕੁਛ ਰਿਪਬਲਿਕਨਸ ਨੇ ਜਿਹੜਾ ਡੈਮੋਕ੍ਰੇਟਸ ਦਾ ਸਾਥ ਦਿੱਤਾ ਹੈਗਾ ਆ। ਸੋ ਅੱਜ ਸੈਨੇਟ ਦੇ ਵਿੱਚ ਜਿਹੜਾ ਬਿੱਲ ਇਹ ਪਾਸ ਹੋ ਗਿਆ, $480 ਬਿਲੀਅਨ ਦੀ ਜਿਹੜੀ ਡੈਫਟ ਸੀਲਿੰਗ ਆ ਉਸ ਨੂੰ ਦਸੰਬਰ 3 ਤੱਕ ਜਿਹੜਾ ਆ ਇਨਕਰੀਜ਼ ਕਰ ਦਿੱਤਾ ਗਿਆ ਤਾਂ ਕਿ ਜਿਹੜੀ ਗਵਰਨਮੈਂਟ ਆ ਉਹ ਸ਼ਟ ਡਾਊਨ ਨਾ ਹੋ ਜਾਏ ਤੇ $28 ਟ੍ਰਿਲੀਅਨ ਦੀ ਜਿਹੜੀ ਡੈਪਟ ਹੈਗੀ ਆ, ਜਿਹੜਾ ਕਰਜ਼ਾ ਆ, ਉਹਦੇ ਉੱਤੇ ਜਿਹੜਾ ਡਿਫਾਲਟ ਨਾ ਹੋ ਜਾਏ। ਜੀ, ਸੋ ਇਹ ਕੱਲ ਜਿਹੜਾ ਆ ਉਹ ਸੈਨੇਟ ਦੇ ਵਿੱਚ ਪਾਸ ਹੋ ਗਿਆ ਸੀ। ਪਹਿਲਾਂ ਪ੍ਰੋਸੀਜਰ ਬੋਰਡ ਦੇ ਵਿੱਚ ਫਿਲਬਸਟਰ ਨੂੰ ਇਸ ਮਸਲੇ ਦੇ ਉੱਤੇ ਰੱਦ ਕਰਨ ਦੇ ਲਈ ਮੈਜੋਰਟੀ ਨੇ ਜਿਹੜੀ ਉਹ ਵੋਟ ਪਾਈ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਸ ਨੂੰ ਜਿਹੜਾ ਡੈਟ ਸੀਲਿੰਗ ਨੂੰ ਤਾਂ ਚੱਕਣ ਦੇ ਲਈ ਉਹ ਅਪਰੂਵਲ ਜਿਹੜਾ ਮਿਲ ਗਿਆ। ਅੱਜ ਹਾਊਸ ਦੇ ਵਿੱਚ ਕਹਿੰਦੇ ਆ ਵੀ ਇਸ ਦੇ ਜਾਣ ਦੀ ਅਸਾਰ ਆ ਤੇ ਉੱਥੇ ਜੇ ਪਾਸ ਹੋ ਜਾਂਦਾ ਹੈ ਤੇ ਫਿਰ ਰਾਸ਼ਟਰਪਤੀ ਬਾਈਡਨ ਦੇ ਕੋਲ ਜਿਹੜਾ ਉਹ ਜਾਵੇਗਾ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਡੈਟ ਸੀਲਿੰਗ ਜਿੱਦਾਂ ਤੁਸੀਂ ਦੱਸਿਆ ਵੀ 3 ਦਸੰਬਰ ਤੱਕ ਜਿਹੜੀ ਆ ਉਹ ਬਚੀ ਰਹੇਗੀ ਤੇ ਫਿਰ ਆਪਾਂ ਨੂੰ ਦਸੰਬਰ ਦੇ ਲਾਗੇ ਜਾ ਕੇ ਨਵੰਬਰ ਮਹੀਨੇ ਦੇ ਵਿੱਚ ਇੱਕ ਵਾਰੀ ਫਿਰ ਇੱਕ ਘਮਾਸਾਨ ਜਿਹੜਾ ਆ ਉਹ ਸੇਮ ਤਰੀਕੇ ਦੇ ਨਾਲ ਦੇਖਣ ਨੂੰ ਮਿਲੇਗਾ। ਅਗਲੀ ਜਿਹੜੀ ਖਬਰ ਅਫਗਾਨਿਸਤਾਨ ਤੋਂ ਆ ਰਹੀ ਆ, ਉੱਥੇ ਇੱਕ ਮਸਜਿਦ ਦੇ ਵਿੱਚ ਹੋਏ ਧਮਾਕੇ ਦੇ ਕਰਕੇ ਦਰਜਨਾਂ ਹੀ ਲੋਕ ਕਹਿੰਦੇ ਆ ਵੀ ਉਹ ਮਾਰੇ ਗਏ ਨੇ। ਸੋ ਉੱਥੋਂ ਦੀ ਜਿਹੜੀ ਅਫਗਾਨਿਸਤਾਨ ਦੀ ਟੋਲੋ ਨਿਊਜ਼ ਏਜੰਸੀ ਆ ਉਸ ਦੇ ਦੁਆਰਾ ਇਹ ਜਿਹੜੀ ਜਾਣਕਾਰੀ ਆ ਉਹ ਆਪਾਂ ਨੂੰ ਆ ਰਹੀ ਹੈਗੀ ਆ। ਸ਼ੀਆ ਜਿਹੜੀ ਆ ਉਹਨਾਂ ਦੇ ਦਾ ਜਿਹੜਾ ਇਹ ਸੀਗਾ ਮੌਸਕ ਸੀਗਾ, ਮਸਜਿਦ ਸੀਗੀ ਜਿੱਥੇ ਆਤਮਘਾਤੀ ਬੰਬ ਧਮਾਕਾ ਜਿਹੜਾ ਉਹ ਹੋਇਆ। ਹੁਣ ਤੱਕ ਮਿਲੀਆਂ ਖਬਰਾਂ ਆ ਉਸ ਦੇ ਮੁਤਾਬਕ 43 ਲੋਕ ਜਿਹੜੇ ਆ ਉਹ ਉੱਥੇ ਮਰ ਗਏ ਨੇ ਤੇ 140 ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਜੀ, ਅਗਲੀ ਖਬਰ ਜਿਹੜੀ ਆ ਕਹਿੰਦੇ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਜਿਹੜਾ ਵਾਸ਼ਿੰਗਟਨ DC ਦਾ ਹੋਟਲ ਸੀ ਉਹਦੇ ਵਿੱਚ $70 ਮਿਲੀਅਨ ਦਾ ਉਹਨਾਂ ਨੂੰ ਜਿਹੜਾ ਘਾਟਾ ਪਿਆ ਪਿਛਲੇ ਜਦੋਂ ਵੀ ਉਹ ਪ੍ਰੈਜ਼ੀਡੈਂਟ ਸੀਗੇ 64 ਸਾਲਾਂ ਦੇ ਦੌਰਾਨ। ਇਹ ਜਿਹੜੇ ਨਵੇਂ ਫਾਈਨੈਂਸ਼ੀਅਲ ਰੈਕਰਡਸ ਆਏ ਹੈਗੇ ਆ ਉਹਨਾਂ ਨੂੰ ਜਦੋਂ ਇਹ ਚੈੱਕ ਕਰ ਰਹੇ ਸੀਗੇ। ਸੋ ਪ੍ਰੈਜ਼ੀਡੈਂਟ ਟਰੰਪ ਦੀ ਇਨਕਮ ਜਿਹੜੀ ਆ ਕਹਿੰਦੇ ਪਈ $156 ਮਿਲੀਅਨ 4 ਸਾਲਾਂ 'ਚ ਹੋਈ ਆ, ਪਰ 70 ਮਿਲੀਅਨ ਜਿਹੜਾ ਆ ਪਹਿਲੇ ਸਾਲਾਂ ਨਾਲੋਂ ਘੱਟ ਹੋਇਆ। ਜੀ,
ਅਗਲੀ ਜਿਹੜੀ ਗੱਲ ਕਰਦੇ ਜਾਈਏ, ਆਇਰਲੈਂਡ ਨੇ ਜਿਹੜਾ ਆ ਇੱਕ ਕਹਿ ਲਓ ਵੀ ਮਿਨੀਮਮ ਕਾਰਪੋਰੇਟ ਟੈਕਸ ਰੇਟ ਆ ਉਸ ਦੇ ਉੱਤੇ ਆਪਣਾ ਸਮਰਥਨ ਦੇ ਦਿੱਤਾ ਆ। ਹੁਣ 136 ਮੁਲਕ ਜਿਹੜੇ ਉਹ ਸਾਂਝੇ ਤੌਰ ਦੇ ਉੱਤੇ ਮੰਨਦੇ ਨੇ ਵੀ ਜਿਹੜਾ ਕਾਰਪੋਰੇਟ ਟੈਕਸ ਆ ਉਸ ਨੂੰ ਘੱਟੋ ਘੱਟ ਇੰਨੇ ਪਰਸੈਂਟ ਜਿਹੜਾ ਆ ਉਹ ਹੋਣਾ ਹੀ ਚਾਹੀਦਾ। 15% ਜਿਹੜੇ MNCs ਦੇ ਲਈ ਖਾਸ ਕਰਕੇ ਆ ਉਹ ਲਗਾਇਆ ਜਾਵੇਗਾ। ਅਮਰੀਕਾ ਦੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਨੇ ਆਪਣੇ ਆਪ ਨੂੰ ਟੈਕਸ ਇੱਥੇ ਨਾ ਦੇਣਾ ਪਵੇ, ਇਸ ਲਈ ਬਾਹਰਲੇ ਮੁਲਕਾਂ ਦੇ ਵਿੱਚ ਆਪੋ ਆਪਣੇ ਸੇਫ ਹੇਵਨਸ ਜਿਹੜੇ ਉਹ ਬਣਾਏ ਆ, ਜਿੱਥੇ ਉਹ ਘੱਟ ਜਾਂ ਬਹੁਤ ਘੱਟ ਜਾਂ ਨਾ ਮਾਤਰ ਹੀ ਜਿਹੜਾ ਆ ਇਨਕਮ ਟੈਕਸ ਜਿਹੜਾ ਉਹ ਦਿੰਦੀਆਂ ਸੀਗੀਆਂ। ਤੇ ਹੁਣ 136 ਮੁਲਕ ਅਜਿਹੇ ਜਿਹੜੇ ਉਹ ਜੁੜੇ ਨੇ, ਜਿਹੜੇ ਕਹਿੰਦੇ ਆ ਵੀ ਨਹੀਂ, 15% ਮਿਨੀਮਮ ਟੈਕਸ ਜਿਹੜਾ ਉਹ ਹੋਣਾ ਚਾਹੀਦਾ ਹੈਗਾ। ਐਸਟੋਨੀਆ, ਹੰਗਰੀ ਤੇ ਹੁਣ ਜਿਹੜਾ ਆਇਰਲੈਂਡ ਆ, ਉਹਨਾਂ ਨੇ ਵੀ ਇਸ ਸਮਝੌਤੇ ਦੇ ਵਿੱਚ ਜਿਹੜਾ ਉਹ ਆਉਣ ਦੀ ਗੱਲ ਮੰਨ ਲਈ ਆ। ਆਰਗੇਨਾਈਜੇਸ਼ਨ ਫਾਰ ਇਕਨੋਮਿਕ ਕੋਆਪਰੇਸ਼ਨ ਤੇ ਡਿਵੈਲਪਮੈਂਟ ਤੇ ਜਿਹੜੀਆਂ G20 ਦੀਆਂ ਕੰਟਰੀਜ਼ ਆ, ਉਹਨਾਂ ਨੇ ਮਿਲ ਕੇ ਇਹ ਸਾਰਾ ਕੁਛ ਕੀਤਾ ਹੈਗਾ ਆ। ਸੋ ਇਹ ਬਾਈਡਨ ਹੁਣਾਂ ਨੇ ਇਸ ਦਾ ਪ੍ਰਸਤਾਵ ਜਿਹੜਾ ਉਹ ਰੱਖਿਆ ਸੀਗਾ, ਇਹਨਾਂ ਨੇ ਇਸ ਨੂੰ ਕਾਫੀ ਪ੍ਰਚਾਰਿਆ ਸੀਗਾ ਵੀ ਇੱਦਾਂ ਆਪਾਂ ਨੂੰ ਕਰਨਾ ਚਾਹੀਦਾ, ਤੇ ਹੁਣ 136 ਮੁਲਕ ਇਸ ਚੀਜ਼ ਦੇ ਵਿੱਚ ਜੁੜੇ ਨੇ। ਹੁਣੇ ਨਹੀਂ, ਇੱਦਾਂ ਇੱਕ ਹਿਸਾਬ ਦੇ ਨਾਲ ਕਰਨ ਦੀ ਇਹੀ ਕੋਸ਼ਿਸ਼ ਆ ਵੀ ਜਿਹੜੇ ਇੱਥੋਂ ਵੱਡੀਆਂ ਕੰਪਨੀਆਂ ਭੱਜ ਜਾਂਦੀਆਂ, ਟੈਕਸ ਨਹੀਂ ਦਿੰਦੀਆਂ, ਬਾਹਰ ਜਾ ਕੇ ਬਚਾ ਲੈਂਦੀਆਂ। ਹੁਣ ਜੇ ਉੱਥੇ ਵੀ ਉਹਨਾਂ ਨੂੰ ਬਚਾਉਣ ਦਾ ਕੋਈ ਸਾਧਨ ਨਹੀਂ ਹੋਊਗਾ, ਤਾਂ ਫਿਰ ਐਟਲੀਸਟ ਜਿੱਥੇ ਹੈਗੀਆਂ ਉੱਥੇ ਉਹ ਟੈਕਸ ਦੇਣ। ਜੀ। ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਜਿਹੜੀ ਬੁਲਟ ਟ੍ਰੇਨ ਵਾਲੀ ਆ, ਉਹਦੀ ਜਿਹੜੀ ਕੋਸਟ ਆ ਉਹ ਵੱਧਦੀ ਤੋਂ ਵੱਧਦੀ ਜਾ ਰਹੀ ਹੈਗੀ ਆ। ਕਹਿੰਦੇ ਭਈ ਹੁਣ ਸਟੇਟ ਦੀ ਜਿਹੜੀ ਹਾਈ ਸਪੀਡ ਰੇਲ ਅਥਾਰਟੀ ਆ, ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ ਜਿਹੜਾ ਆ ਕਾਫੀ ਜ਼ਿਆਦਾ ਜਿਹੜਾ ਮਨੀ ਆ ਉਹ ਚਾਹੀਦਾ, ਜਿੰਨਾ ਅਸੀਂ ਐਸਟੀਮੇਟ ਲਾਇਆ ਸੀ ਉਹ ਤੋਂ ਹੋਰ ਵੀ ਜ਼ਿਆਦਾ ਚਾਹੀਦਾ ਹੈਗਾ ਆ। ਇਹ $100 ਬਿਲੀਅਨ ਦਾ ਪ੍ਰੋਜੈਕਟ ਸੀਗਾ। ਬਜਟ ਜਿਹੜਾ ਬੇਕਰਸਫੀਲਡ ਤੋਂ ਮਰਸਡ ਨੂੰ $22.8 ਬਿਲੀਅਨ ਦਾ ਪਹਿਲਾਂ ਕੀਤਾ ਗਿਆ ਸੀ, ਤੇ ਓਰੀਜਨਲੀ ਜੇ ਕੰਸਟਰਕਸ਼ਨ ਦੱਸਦੀ ਜਾਈਏ, ਲਾਸ ਐਂਜਲਸ ਤੋਂ ਸੈਨ ਫਰਾਂਸਿਸਕੋ ਸਿਰਫ $33 ਬਿਲੀਅਨ ਦਾ ਸੀਗਾ। ਪਰ ਇਹ ਪੈਸੇ ਵੱਧਦੇ ਗਏ, ਤੇ ਇੱਕ ਟਾਈਮ ਦੇ ਉੱਤੇ ਤਾਂ ਜਿਹੜੇ ਲੈਜਿਸਲੇਟਰਸ ਆ, ਉਹਨਾਂ ਨੇ ਇਹ ਸੋਚਿਆ ਸੀ ਵੀ ਇਹ ਸਾਨੂੰ ਬੰਦ ਹੀ ਕਰ ਦੇਣਾ ਚਾਹੀਦਾ ਆ, ਕਿਉਂਕਿ ਇੰਨੀ ਜ਼ਿਆਦਾ ਜਿਹੜੀ ਓਵਰ ਕਾਸਟ ਹੋ ਗਈ ਹੈਗੀ ਆ। ਜੀ, ਨਾ ਇਹਦਾ ਹਾਈ ਸਪੀਡ ਰੇਲ ਆ, ਤੇ ਜਿੰਨੀ ਹੌਲੀ ਰਫ਼ਤਾਰ ਦੇ ਨਾਲ ਇਹ ਵਧਣ ਦਈ ਆ, ਤੇ ਜਦੋਂ ਤਾਈਂ ਜੇ ਬਾਏ ਚਾਂਸ ਇਹ ਬਣ ਵੀ ਜਾਂਦੀ ਆ, ਜਿਹਦੇ ਸਾਲ ਅਜੇ ਤਾਈਂ ਬਹੁਤੇ ਜ਼ਿਆਦਾ ਜਿਹੜੇ ਉਹ ਨਜ਼ਰ ਨਹੀਂ ਆ ਰਹੇ, ਉਦੋਂ ਤਾਈਂ ਇਹ ਕਿਤੇ ਲੱਗਦਾ ਵੀ ਟੈਕਨੋਲੋਜੀ ਉਹ ਆਊਟਡੇਟਡ ਜਿਹੜੀ ਉਹ ਨਾ ਹੋ ਜਾਵੇ। ਸੋ ਕਾਫੀ ਪਿੱਛੇ ਜਿਹੜੇ ਆ ਇਸ ਕੰਮ ਦੇ ਵਿੱਚ ਲੱਗਦਾ ਵੀ ਇਹ ਰਹਿ ਗਏ ਹੈਗੇ ਨੇ। ਸੋ ਅਗਲੀ ਜਿਹੜੀ ਗੱਲ ਕਰਦੇ ਜਾਈਏ, ਕਹਿੰਦੇ ਵੀ ਲੱਖਾਂ ਹੀ ਜਿਹੜੇ ਨਿਆਣੇ ਆ, ਜਿਨ੍ਹਾਂ ਦੀ ਉਮਰ 5 ਤੋਂ 12 ਸਾਲ ਦੇ ਦਰਮਿਆਨ ਆ, ਉਹ ਤਿਆਰੀ ਕਰ ਰਹੇ ਨੇ, ਜਾਂ ਉਹਨਾਂ ਦੇ ਲਈ ਜਿਹੜੇ ਕਰੋਨਾ ਵਾਇਰਸ ਦੇ ਸ਼ਾਟਸ ਆ ਉਹ ਰੈਡੀ ਜਿਹੜੇ ਉਹ ਹੋ ਰਹੇ ਨੇ, ਰੈਡੀ ਟੂ ਗੋ ਕੀਤੇ ਜਾ ਰਹੇ ਨੇ। ਕਿਉਂਕਿ ਕੱਲ ਪਰਸੋਂ ਜਿਹੜਾ ਫਾਈਜ਼ਰ ਬਾਇਓਨਟੈਕ ਨੇ 5 ਤੋਂ 12 ਸਾਲ ਦੀ ਉਮਰ ਦੇ ਲਈ ਐਮਰਜੈਂਸੀ ਅਪਰੂਵਲ ਦੀ ਮੰਗ ਕੀਤੀ ਆ, ਇਸ ਜਿਹੜੇ ਟੀਕੇ ਆ ਉਹਨੂੰ ਲਾਉਣ ਦੇ ਲਈ। 20 ਮਿਲੀਅਨ ਡੋਜ਼ਿਸ ਕਹਿੰਦੇ ਆ ਵੀ ਜਿਹੜੀਆਂ ਉਹ ਪੁਸ਼ ਹੋਣਗੀਆਂ, ਜੇ ਇਹ ਛੋਟੀ ਉਮਰ ਦੇ ਬੱਚਿਆਂ ਦੇ ਲਈ, ਯੰਗਰ ਚਿਲਡਰਨ ਆ ਉਹਨਾਂ ਦੇ ਲਈ ਇਸ ਨੂੰ FDA ਜਿਹੜਾ ਉਹ ਅਪਰੂਵਲ ਦੇ ਦਿੰਦੀ ਆ। ਕਹਿੰਦੇ ਹਾਲ ਦੀ ਘੜੀ ਜੋ ਅਸਾਰ ਲੱਗ ਰਹੇ ਨੇ, ਇਸ ਦਾ ਅਪਰੂਵਲ ਜਿਹੜਾ ਉਹ ਆ ਸਕਦਾ ਹੈ, ਐਮਰਜੈਂਸੀ ਅਪਰੂਵਲ ਆ ਸਕਦਾ ਹੈ। ਸੋ ਗਵਰਨਮੈਂਟ ਨੇ ਆਲਰੇਡੀ ਕਹਿੰਦੇ ਵੀ 2 ਸ਼ਾਟਸ ਦੇ ਲਈ ਜਿਹੜੇ 2 ਸ਼ਾਟਸ ਹੁੰਦੇ ਆ ਉਸ ਦੇ ਲਈ ਇਨਫ ਡੋਜ਼ਿਸ ਜਿਹੜੀਆਂ ਪਹਿਲਾਂ ਹੀ ਬਾਏ ਜਿਹੜੀਆਂ ਉਹ ਕਰ ਲਈਆਂ ਆ, ਤੇ ਇਹਨਾਂ ਨੂੰ ਉਮੀਦ ਹੈਗੀ ਆ ਵੀ ਨਵੰਬਰ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਇਸ ਦਾ ਐਮਰਜੈਂਸੀ ਅਪਰੂਵਲ ਜਿਹੜਾ ਉਹ ਆ ਸਕਦਾ ਹੈ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਦੇ ਲਈ। 28 ਮਿਲੀਅਨ ਇਸ ਜਿਹੜੇ ਆ ਉਮਰ ਦੇ ਵਿੱਚ ਨਿਆਣੇ ਆਉਂਦੇ ਨੇ ਅਮਰੀਕਾ 'ਚ। ਸੋ ਅਮਰੀਕਾ ਦੇ ਕੋਲ ਆਲਰੇਡੀ ਤਕਰੀਬਨ 50 ਮਿਲੀਅਨ ਤੋਂ ਵੱਧ ਡੋਜ਼ਿਸ ਇਹਨਾਂ ਦੇ ਲਈ ਪਈਆਂ ਹੋਈਆਂ ਨੇ। ਜੀ। ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਜਿਹੜਾ ਇੱਕ ਕ੍ਰਿਮੀਨੋਲੋਜੀ ਦਾ ਪ੍ਰੋਫੈਸਰ ਸੀਗਾ, ਉਸ ਨੂੰ ਹੁਣ ਚਾਰਜ ਕਰ ਲਿਆ ਗਿਆ ਆ ਅੱਗਾਂ ਲਾਉਣ ਦੇ ਵਿੱਚ, ਆਰਸਨ ਦੇ ਵਿੱਚ। ਕਹਿੰਦੇ ਆਪਾਂ ਪਿਛਲੇ ਵੀਕਾਂ ਦੇ ਵਿੱਚ ਵੀ ਜਿਹੜੀ ਆ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀਆਂ, ਕਿਸ ਤਰ੍ਹਾਂ ਗੈਰੀ ਮੇਨਾਰਡ ਦਾ ਨਾਮ ਦਾ ਇਹ ਬੰਦਾ ਕ੍ਰਿਮੀਨੋਲੋਜੀ ਦਾ ਹੀ ਜਿਹੜਾ ਪ੍ਰੋਫੈਸਰ ਸੀ, ਇਸ ਨੇ ਜਿਹੜੀ ਆ ਕੈਲੀਫੋਰਨੀਆ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ, ਸਿਆਰਾ ਨਵਾਡਾ ਦੇ ਵਿੱਚ ਅੱਗ ਲਾਈ, ਸਪੈਸ਼ਲੀ ਡਰਾਈਵ ਕਰਕੇ ਉੱਥੇ ਗਿਆ, ਤੇ ਜਿਹਦੇ ਨਾਲ ਇਹ ਅੱਗ ਜਿਹੜੀ ਆ ਬਹੁਤ ਜ਼ਿਆਦਾ ਫੈਲ ਗਈ ਤੇ ਬਹੁਤ ਨੁਕਸਾਨ ਹੋਇਆ।
ਤੇ ਕਹਿੰਦੇ ਭਈ ਹਰ ਸਾਲ 100 ਤੋਂ ਵੱਧ ਲੋਕ ਜਿਹੜੇ ਆ ਉਹਨਾਂ ਨੂੰ ਅਰੈਸਟ ਕੀਤਾ ਜਾਂਦਾ, ਜਿਹੜੇ ਆਰਸਨ ਦੇ ਵਿੱਚ ਇਨਵੋਲਵ ਹੁੰਦੇ, ਜਿਹੜੇ ਇੱਦਾਂ ਅੱਗ ਲਾਉਂਦੇ ਹੈਗੇ ਆ। ਇਸ ਸਾਲ ਜਿਹੜੇ ਆ 103 ਬੰਦੇ ਆਲਰੇਡੀ ਅਰੈਸਟ ਹੋ ਚੁੱਕੇ ਹੈਗੇ ਆ। ਜੀ। ਸਤੰਬਰ ਮਹੀਨੇ ਦੀਆਂ ਜੌਬ ਕ੍ਰੀਏਸ਼ਨਸ ਦੇ ਆંકੜੇ ਜਿਹੜੇ ਆ ਉਹ ਲੇਬਰ ਡਿਪਾਰਟਮੈਂਟ ਦੇ ਦੁਆਰਾ ਦਿੱਤੇ ਗਏ ਨੇ। ਨੌਨ ਫਾਰਮ ਜਿਹੜੀਆਂ ਸੰਬੰਧਿਤ ਪੇਰੋਲਸ ਆ ਉਹ ਮਹਿਜ 1,94,000 ਨਵੀਆਂ ਜੌਬਸ ਜਿਹੜੀਆਂ ਕਹਿੰਦੇ ਆ ਵੀ ਉਹ ਕ੍ਰੀਏਟ ਹੋਈਆਂ ਸਤੰਬਰ ਦੇ ਵਿੱਚ। ਵਾਲ ਸਟਰੀਟ ਤੋਂ ਡਾਓ ਜੋਨਸ ਤੋਂ ਇਹ ਅਨੁਮਾਨ ਲਾਇਆ ਜਾ ਰਿਹਾ ਸੀਗਾ ਵੀ 5 ਲੱਖ ਜਿਹੜੀਆਂ ਨਵੀਆਂ ਜੌਬਸ ਆ ਉਹ ਕ੍ਰੀਏਟ ਹੋਣਗੀਆਂ। ਲੈਜਰ ਤੇ ਹੌਸਪਿਟੈਲਿਟੀ ਦੇ ਨਾਲ ਪ੍ਰੋਫੈਸ਼ਨਲ ਤੇ ਬਿਜ਼ਨਸ ਸਰਵਿਸਿਜ਼ ਤੇ ਰੀਟੇਲ ਦੇ ਵਿੱਚ ਸਭ ਤੋਂ ਵੱਧ ਕਹਿੰਦੇ ਜੌਬਸ ਕ੍ਰੀਏਟ ਹੋਈਆਂ। ਅਨਇੰਪਲੋਇਮੈਂਟ ਦੀ ਜਿਹੜੀ ਦਰ ਆ ਉਹ ਘਟ ਕੇ 4.8% ਦੇ ਉੱਤੇ ਪਹੁੰਚੀ ਆ। ਇਹ ਬੈਟਰ ਆ। ਇਹ ਸੋਚ ਰਹੇ ਸੀਗੇ ਵੀ ਸ਼ਾਇਦ 5.1% ਤੇ ਹੋਊਗੀ, ਪਰ ਉਹਦੇ ਨਾਲੋਂ ਵੀ ਘਟੀ ਆ। ਤਾਂ ਮਤਲਬ ਜੌਬਸ ਲੋਕੀ ਕਰਨ ਵਾਪਸ ਜਿਹੜੇ ਮੁੜ ਜੌਬਸ ਦੇ ਉੱਤੇ ਜਾ ਰਹੇ ਨੇ। ਜਾਂ ਇਹ ਕਹਿ ਸਕਦੇ ਆ ਵੀ ਕਿਉਂਕਿ ਹੁਣ ਅਨਇੰਪਲੋਇਮੈਂਟ ਬੈਨੀਫਿਟ ਮਿਲਣੇ ਵੀ ਜਿਹੜੇ ਉਹ ਘੱਟ ਹੋ ਰਹੇ ਨੇ, ਸੋ ਆਟੋਮੈਟਿਕਲੀ ਉਹ ਨੰਬਰ ਵੀ ਜਿਹੜਾ ਉਹ ਥੱਲੇ ਫਿਰ ਜਾਊਗਾ। ਸੋ ਮਾਰਕੀਟਸ ਨੇ ਇਸ ਦੇ ਉੱਤੇ ਮਿਕਸਡ ਜਿਹੜਾ ਅੱਜ ਕਹਿੰਦੇ ਆ ਵੀ ਉਹ ਰਿਐਕਸ਼ਨ ਦਿੱਤਾ ਹੈਗਾ ਆ। ਹਾਲ ਦੀ ਘੜੀ ਕੱਲ ਦੇ ਆંકੜਿਆਂ ਦੇ ਇਰਦ ਗਿਰਦ ਹੀ ਜਿਹੜੀਆਂ ਆ ਉਹ ਘੁੰਮ ਫਿਰ ਰਹੀਆਂ ਨੇ। ਅਨੁਮਾਨ ਸੀਗੇ ਵੀ ਕਾਫੀ ਜ਼ਿਆਦਾ ਜਿਹੜੀਆਂ ਜੌਬਸ ਆ ਉਹ ਵਧਣਗੀਆਂ, ਪਰ ਇੰਨੇ ਜ਼ਿਆਦਾ ਆંકੜੇ ਜਿਹੜੇ ਉਹ ਨਹੀਂ ਵਧੇ। ਲੇਬਰ ਸ਼ਾਰਟੇਜਸ ਅਜੇ ਵੀ ਜਿਹੜੇ 64 ਫੇਰੇ ਜਿਹੜੀਆਂ ਉਹ ਹੈਗੀਆਂ ਆ। ਤਨਖਾਹਾਂ ਦੇ ਵਿੱਚ ਵਾਧਾ ਜਿਹੜਾ ਆ ਉਹ ਹੋ ਰਿਹਾ ਹੈਗਾ ਆ। ਤੇ ਹੁਣ ਕਹਿੰਦੇ ਵੀ ਲੇਬਰ ਸ਼ਾਰਟੇਜ ਆ ਅਜੇ ਵੀ ਉਸ ਚੀਜ਼ ਦੇ ਬਾਵਜੂਦ ਵੀ ਜਿਹੜੀ ਉਸ ਦਾ ਝੱਲਣਾ ਪੈ ਰਿਹਾ ਹੈਗਾ ਆ। ਕਹਿੰਦੇ ਵੀ ਜੌਬ ਗੇਨਸ ਵੱਖ-ਵੱਖ ਜਿਹੜੇ ਸੈਕਟਰ ਆ, ਖੇਤਰ ਆ, ਉਹਨਾਂ ਦੇ ਵਿੱਚ ਟਰਾਂਸਪੋਰਟੇਸ਼ਨ ਤੇ ਵੇਅਰ ਹਾਊਸਿੰਗ ਦੇ ਵਿੱਚ 47,000, ਇਨਫੋਰਮੇਸ਼ਨ 'ਚ 32,000, ਸੋਸ਼ਲ ਅਸਿਸਟੈਂਸ 'ਚ 30,000, ਮੈਨੂਫੈਕਚਰਿੰਗ 'ਚ 26,000, ਕੰਸਟਰਕਸ਼ਨ 'ਚ 22,000 ਤੇ ਹੋਲਸੇਲ ਟ੍ਰੇਡ ਦੇ ਵਿੱਚ 17,000 ਨਵੀਆਂ ਜਿਹੜੀਆਂ ਜੌਬਸ ਆ ਉਹ ਕ੍ਰੀਏਟ ਹੋਈਆਂ ਨੇ। ਲੋਕਲ ਗਵਰਨਮੈਂਟ ਐਜੂਕੇਸ਼ਨ ਜੌਬਸ ਜਿਹੜੀਆਂ ਉਹ ਕਹਿੰਦੇ ਘਟੀਆਂ ਨੇ। ਹੁਣ ਸੀਜ਼ਨਲ ਐਡਜਸਟਮੈਂਟ ਜਿਹੜੀ ਉਹ ਹੋਊਗੀ ਉਸ ਦੇ ਹਿਸਾਬ ਦੇ ਨਾਲ, ਪਰ ਚਲੋ ਦੇਖਦੇ ਹਾਂ ਵੀ ਕੀ ਹੁੰਦਾ ਆ। ਸੋ ਆਰਥਿਕ ਤੌਰ ਦੇ ਉੱਤੇ ਜਿਹੜਾ ਸੋਚਿਆ ਜਾ ਰਿਹਾ ਸੀਗਾ ਵੀ ਆਪਾਂ ਇੰਪਰੂਵ ਕਰ ਰਹੇ ਹਾਂ, ਪਰ ਇਹ ਜਿਹੜੇ ਆંકੜੇ ਆ ਉਹ ਥੋੜਾ ਜਿਹਾ ਉਸ ਗੱਲਾਂ ਦੇ ਨਾਲ ਮੇਲ ਜਿਹੜੇ ਉਹ ਨਹੀਂ ਖਾ ਰਹੇ। ਜੀ। ਅਗਲੀ ਖਬਰ ਜਰਨਲਿਸਟ ਮਰੀਆ ਰੈਸਾ ਤੇ ਡਮਿਟਰੀ ਮੋਰਟੋਵ ਦੋਨਾਂ ਨੇ ਹੀ ਜਿਹੜਾ ਨੋਬਲ ਪੀਸ ਪ੍ਰਾਈਜ਼ ਇਸ ਵਾਰੀ ਜਿੱਤਿਆ ਹੈਗਾ ਆ। ਜਿਹੜੀ ਮਰੀਆ ਰੈਸਾ ਆ ਇਹ ਫਿਲੀਪਾਈਨਸ ਤੋਂ ਹੈਗੀ ਆ, ਤੇ ਡਮਿਟਰੀ ਮੋਰਟੋਵ ਇਹ ਰਸ਼ੀਆ ਤੋਂ ਆ। ਜਿਹੜੀ ਮਰੀਆ ਰੈਸਾ ਆ ਇਹ CEO ਇੱਕ ਰੈਪਲਰ ਨਿਊਜ਼ ਆਊਟਲੈਟ ਆ, ਜਿਹੜਾ ਫਿਲੀਪਾਈਨਸ ਦੇ ਪ੍ਰੈਜ਼ੀਡੈਂਟ ਰੋਦਰੀਗੋ ਡੁਟਰੇ ਜਿਹੜਾ ਆ ਉਹਨਾਂ ਨੂੰ ਹਮੇਸ਼ਾ ਹੀ ਐਕਸਪੋਜ਼ ਕਰਦਾ ਰਹਿੰਦਾ, ਉਹਦਾ ਕਾਫੀ ਕ੍ਰਿਟਿਕ ਆ। ਇਸੇ ਤਰ੍ਹਾਂ ਮੋਰਟੋਵ ਜਿਹੜਾ ਆ ਉਹ ਇੰਡੀਪੈਂਡੈਂਟ ਰਸ਼ੀਅਨ ਨਿਊਜ਼ਪੇਪਰ ਹੈਗਾ ਨੋਵਾਇਆ ਗਜ਼ੈਟਾ ਦਾ, ਤੇ ਉਹ ਵੀ ਜਿਹੜੇ ਉੱਥੇ ਦੇ ਪ੍ਰੈਜ਼ੀਡੈਂਟ ਆ ਉਹਨਾਂ ਨੂੰ ਕਾਫੀ ਕ੍ਰਿਟੀਸਾਈਜ਼ ਕਰਦਾ ਰਹਿੰਦਾ ਆ। ਕਹਿੰਦੇ ਵੀ ਫ੍ਰੀ ਇੰਡੀਪੈਂਡੈਂਟ ਫੈਕਟਸ ਬੇਸਡ ਜਰਨਲਿਜ਼ਮ ਜਿਹੜਾ ਆ ਇਸ ਨੂੰ ਪ੍ਰੋਟੈਕਟ ਕਰਨਾ ਬਹੁਤ ਜ਼ਰੂਰੀ ਆ। ਮੁਲਕਾਂ ਦੇ ਵਿੱਚ ਜਿਹੜੇ ਉੱਥੇ ਦੇ ਲੀਡਰ ਆ ਆਪਣੀ ਤਾਕਤ ਨੂੰ ਵਰਤਦੇ ਆ, ਝੂਠ ਵਰਤਦੇ ਆ, ਝੂਠ ਜਿਹੜਾ ਫੈਲਾਉਂਦੇ ਆ, ਪ੍ਰੋਪੋਗੰਡਾ ਕਰਦੇ ਆ, ਉਸ ਨੂੰ ਕੰਟਰੋਲ ਕਰਨ ਦੇ ਲਈ ਜਿਹੜੇ ਆ ਸੱਚੇ ਸੁੱਚੇ ਜਿਹੜੇ ਜਰਨਲਿਸਟ ਆ ਉਹਨਾਂ ਨੂੰ ਪ੍ਰੋਟੈਕਟ ਕਰਨਾ ਬਹੁਤ ਜ਼ਰੂਰੀ ਆ। ਦੋਨੋਂ ਜਰਨਲਿਸਟ ਨੂੰ ਜਿਹੜੇ ਪਿਛਲੇ ਸਮੇਂ ਦੇ ਵਿੱਚ ਲਾਈਫ ਥ੍ਰੈਟਸ ਵੀ ਆਉਂਦੀਆਂ ਰਹੀਆਂ, ਫਿਜ਼ੀਕਲੀ ਵੀ ਅਬਿਊਜ਼ ਕੀਤਾ ਗਿਆ, ਪਰ ਅੱਜ ਉਹਨਾਂ ਨੂੰ ਜਿਹੜਾ ਆ ਨੋਬਲ ਪੀਸ ਪ੍ਰਾਈਜ਼ ਦੋਨਾਂ ਨੂੰ ਹੀ ਮਿਲਿਆ ਹੈਗਾ। ਇਹ 102ਵਾਂ ਨੋਬਲ ਪੀਸ ਪ੍ਰਾਈਜ਼ ਜਿਹੜਾ ਸੀਗਾ ਅਵਾਰਡ ਹੋਇਆ। ਇਹ ਤੋਂ ਪਹਿਲਾਂ ਨੈਲਸਨ ਮੰਡੇਲਾ, ਮਾਰਟਨ ਲੂਥਰ ਕਿੰਗ ਜੂਨੀਅਰ, ਪੋਲਿਸ਼ ਡਿਸੈਂਟ ਲੈਜ਼ ਵਲੈਸਾ, ਸੋਵੀਅਤ ਯੂਨੀਅਨ ਦੇ ਜਿਹੜੇ ਲੀਡਰ ਮਿਖਾਲ ਗਰਬਚੋਵ ਤੇ USA ਦੇ ਕਈ ਪ੍ਰੈਜ਼ੀਡੈਂਟਸ ਨੂੰ ਇਹ ਅਵਾਰਡ ਮਿਲ ਚੁੱਕਾ ਹੈਗਾ। ਜੀ। ਇਲਨ ਮਸਕ ਦੀ SpaceX ਉਸ ਦੀ ਵੈਲਿਊਏਸ਼ਨ ਕਹਿੰਦੇ $100 ਬਿਲੀਅਨ ਦੀ ਜਿਹੜੀ ਉਹ ਹੋਈ ਆ ਸੈਕੰਡਰੀ ਸ਼ੇਅਰ ਸੇਲ ਆ ਉਸ ਤੋਂ ਬਾਅਦ ਦੇ ਵਿੱਚ। ਸੋ SpaceX ਨੇ ਜਿਹੜੇ ਪਿਛਲੇ ਥੋੜੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਉਹ ਤਰੱਕੀ ਕੀਤੀ ਆ। ਨਾਸਾ ਦੇ ਨਾਲ ਵੀ ਇਹਨਾਂ ਦੇ ਕਾਫੀ ਜਿਹੜੇ ਐਗਰੀਮੈਂਟ ਹੋਏ ਆ, ਖਾਸ ਕਰਕੇ ਇਹਨਾਂ ਦੇ ਜਿਹੜੇ ਰਾਕਟਸ ਆ ਉਹਨਾਂ ਨੂੰ ਮੁੜ ਦੁਬਾਰਾ ਵਰਤੋਂ ਕਰਨ ਦੀ ਜਿਹੜੀ ਟੈਕਨੋਲੋਜੀ ਆ ਉਸ ਦੇ ਵਿੱਚ ਇਹਨਾਂ ਦੀ ਕਾਫੀ ਜ਼ਿਆਦਾ ਹੁਣ ਮਹਾਰਤ ਹਾਸਲ ਆ। ਨਹੀਂ ਤਾਂ ਮਿਲੀਅਨਸ ਬਿਲੀਅਨਸ ਆਫ ਡਾਲਰ ਦਾ ਜਿਹੜਾ ਰਾਕਟ ਆ ਓਨਲੀ ਵਨ ਟਾਈਮ ਯੂਜ਼ ਹੁੰਦਾ ਸੀ, ਮੁੜ ਦੁਬਾਰਾ ਉਸ ਦੀ ਵਰਤੋਂ ਕਰਨੀ ਜਿਹੜੀ ਉਹ ਮੁਸ਼ਕਿਲ ਜਿਹੜੀ ਉਹ ਰਹਿੰਦੀ ਸੀ, ਪਰ ਇਹਨਾਂ ਨੇ ਇਸ ਦੇ ਵਿੱਚ ਕਾਫੀ ਵਧੀਆ ਅਚੀਵਮੈਂਟ ਜਿਹੜੀ ਉਹ ਕੀਤੀ ਹੈਗੀ ਆ। ਸੋ
ਹੁਣ ਤੁਸੀਂ ਦੇਖੋ ਵੀ $100 ਬਿਲੀਅਨ ਦੀ ਇਸ ਕੰਪਨੀ ਨੂੰ ਵੈਲਿਊਏਸ਼ਨ ਜਿਹੜੀ ਉਹ ਹੋ ਰਹੀ ਆ, ਤੇ ਇੱਧਰ ਜਿੱਦਾਂ ਆਪਾਂ ਕੱਲ ਵੀ ਦੱਸਿਆ ਸੀਗਾ ਵੀ ਟੈਸਲਾ ਆਪਣਾ ਜਿਹੜਾ ਕਹਿੰਦੇ ਆ ਹੈੱਡਕੁਆਰਟਰਸ ਆ ਆਸਟਿਨ ਟੈਕਸਸ ਦੇ ਵਿੱਚ ਜਿਹੜਾ ਉਹ ਮੂਵ ਕਰਨ ਜਾ ਰਹੀ ਹੈਗੀ ਆ ਇੱਥੋਂ, ਕੈਲੀਫੋਰਨੀਆ ਦੇ ਵਿੱਚੋਂ ਬੇ ਏਰੀਏ ਤੋਂ ਜਿਹੜਾ ਉਹ ਉੱਠ ਕੇ। ਸੋ ਉਸ ਦੇ ਨਾਲ ਵੀ ਓਬਵੀਅਸਲੀ ਜੌਬਸ ਨੂੰ ਫਰਕ ਤਾਂ ਜਿਹੜਾ ਇੱਥੇ ਜਿਹੜੇ ਹੈੱਡਕੁਆਰਟਰ ਵਾਲੀਆਂ ਜੌਬਸ ਆ ਉਸ ਦਾ ਅਸਰ ਪਵੇਗਾ, ਪਰ ਜਿਹੜਾ ਮੈਨੂਫੈਕਚਰਿੰਗ ਪਲਾਂਟ ਆ ਉਹ ਕਹਿੰਦੇ ਆ ਵੀ ਚੱਲਦਾ ਰਹੇਗਾ। ਜੀ, ਬਿਲਕੁਲ। ਕਹਿੰਦੇ ਵੀ ਕੋਸਟ ਲੋਕਾਂ ਦੇ ਜਿਹੜੇ ਆ ਰਹਿਣ ਦੀ ਬੜੀ ਹਾਈ ਹੈਗੀ ਆ, ਘਰਾਂ ਨੂੰ ਅਫੋਰਡ ਕਰਨਾ ਹਾਈ ਆ, ਇਸ ਕਰਕੇ ਉਹ ਮੂਵ ਹੋ ਰਹੇ ਆ। ਕਹਿੰਦੇ ਜਿਹੜੀ ਨਵਾਂ ਉਹਨਾਂ ਦਾ ਆਫਿਸ ਆਸਟਨ 'ਚ ਹੋਊਗਾ, ਏਅਰਪੋਰਟ ਤੋਂ 5 ਮਿੰਟ ਦੂਰ ਹੈਗਾ, ਡਾਊਨਟਾਊਨ ਤੋਂ 15 ਮਿੰਟ ਦੂਰ ਆ। ਪਰ ਬਹੁਤ ਸਾਰੀਆਂ ਜਿਹੜੀਆਂ ਬੀਬੀਆਂ ਆ, ਲੇਡੀਜ਼ ਆ, ਉਹਨਾਂ ਵੱਲੋਂ ਇਸ ਦਾ ਜਿਹੜਾ ਵਿਰੋਧ ਕੀਤਾ ਗਿਆ ਵੀ ਟੈਕਸਸ 'ਚ ਮੂਵ ਹੋਏ ਆ। ਅਬੋਰਸ਼ਨ ਨੂੰ ਲੈ ਕੇ ਬਹੁਤ ਵੱਡਾ ਇਸ਼ੂ ਬਣਿਆ ਆ। ਸੋ ਬਹੁਤ ਜ਼ਿਆਦਾ ਕਮੈਂਟ ਤਾਂ ਟੈਸਲਾ ਦੀ ਕੰਪਨੀ ਦੇ ਜਿਹੜੇ ਥੱਲੇ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਆ, ਇਹ ਹੀ ਆ ਵੀ ਮੈਂ ਵੀ ਹੁਣ ਟੈਸਲਾ ਲਾਈਫ 'ਚ ਕਦੇ ਨਹੀਂ ਲੈਣੀ, ਤੇ ਬਹੁਤ ਸਾਰੀਆਂ ਕੈਂਸਲੇਸ਼ਨ ਵੀ ਜ਼ਰੂਰ ਹੋਣਗੀਆਂ। ਜੀ। ਸੋ ਕਈ ਤਰੀਕੇ ਦੀਆਂ ਜਿਹੜੀਆਂ ਗੱਲਾਂ ਆ ਉਹ ਹੋਣਗੀਆਂ। ਰੀਟਰਸ ਵਾਲੇ ਜਿਹੜੇ ਆ ਉਹ ਲਿਖਦੇ ਨੇ ਵੀ ਟੈਕਸਸ ਬੜੀ ਸਟ੍ਰੇਂਜ ਜਿਹੀ ਪਲੇਸ ਹੈਗੀ ਹੈ ਇਲੈਕਟ੍ਰਿਕ ਪਾਵਰ ਵਾਲਿਆਂ ਦੇ ਲਈ, ਕਿਉਂਕਿ ਉੱਥੇ ਤਾਂ ਤੇਲ ਵਾਲੀਆਂ ਚੀਜ਼ਾਂ ਨੂੰ ਜ਼ਿਆਦਾ ਤਰਜੀਹ ਜਿਹੜੀ ਉਹ ਦਿੱਤੀ ਜਾਂਦੀ ਆ। ਸੋ ਕੀ ਇਸ ਦੇ ਪਿੱਛੇ ਹੋਰ ਕਾਰਨ ਹੈਗੇ ਆ? ਮਹਿੰਗਾਈ ਤਾਂ ਹੁਣ ਦੇਖੋ ਸਭ ਨੂੰ ਹੀ ਪਤਾ ਵੀ ਆਸਟਨ ਦੇ ਵਿੱਚ ਵੀ ਬਹੁਤ ਜ਼ਿਆਦਾ ਰੀਅਲ estate ਆ ਤੇ ਉਹ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਆ। ਕੀ ਕਾਰਨ ਆ? ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਿਆਦਾ ਖੁਲਾਸਾ ਜਿਹੜਾ ਇਸ ਦੇ ਬਾਬਤ ਹੋ ਸਕੇਗਾ। ਜੀ, ਅਗਲੀ ਖਬਰ ਮੈਰੀਲੈਂਡ ਤੋਂ ਆ ਰਹੀ ਆ, ਜਿੱਥੇ ਕਿ ਅੱਜ ਸੀਨੀਅਰ ਲਿਵਿੰਗ ਫੈਸਿਲਿਟੀ ਦੇ ਵਿੱਚ ਸ਼ੂਟਿੰਗ ਹੋਈ ਆ ਪ੍ਰਿੰਸ ਜਾਰਜ ਕਾਉਂਟੀ ਦੇ ਵਿੱਚ, ਜਿਹਦੇ ਨਾਲ 2 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਸ਼ੂਟਿੰਗ ਜਿਹੜੀ ਇਹ ਹੋਈ ਆ ਗੇਟਵੇ ਵਿਲੇਜ ਨੈਸ਼ਨਲ ਚਰਚ ਰੈਜ਼ੀਡੈਂਸ ਜਿਹੜਾ ਆ ਟਾਊਨ ਆਫ ਕੈਪੀਟਲ ਹਾਈਟਸ, ਉੱਥੇ ਇਹ ਹੋਈ ਹੈਗੀ ਆ। ਜੀ। ਯੂਐਸ ਕਸਟਮ ਬਾਰਡਰ ਪ੍ਰੋਟੈਕਸ਼ਨ ਉਹਨਾਂ ਦੇ ਵਿੱਚ ਵੀ ਗੁੱਸਾ ਕਹਿੰਦੇ ਆ ਵੀ ਇਸ ਟਾਈਮ ਵੱਧਦਾ ਜਾ ਰਿਹਾ ਆ, ਕਿਉਂਕਿ ਬਾਈਡਨ ਪ੍ਰਸ਼ਾਸਨ ਨੇ ਵੈਕਸੀਨ ਮੈਂਡੇਟ ਜਿਹੜਾ ਆ ਉਹ ਕੀਤਾ ਹੋਇਆ ਵੀ ਇਹਨਾਂ ਨੂੰ ਲਾਜ਼ਮੀ ਸਾਰਿਆਂ ਨੂੰ ਵੈਕਸੀਨ ਜਿਹੜੀ ਉਹ ਲਗਵਾਉਣੀ ਪਵੇਗੀ। ਸੋ ਜਦੋਂ ਕਹਿੰਦੇ ਆ ਵੀ ਪਹਿਲੇ ਮਹੀਨਿਆਂ ਤੋਂ ਜਦੋਂ ਤੋਂ ਆਊਟਬ੍ਰੇਕ ਜਿਹੜਾ ਉਹ ਹੋਇਆ ਆ, ਇਹਨਾਂ ਨੇ ਇਸੇ ਤਰੀਕੇ ਦੇ ਨਾਲ ਹੀ ਜਿਹੜੇ ਉਹ ਕੰਮ ਕਰਦੇ ਰਹੇ ਹੈਗੇ ਆ। ਹੋਰ ਵੀ ਬਹੁਤ ਸਾਰੇ ਕਹਿੰਦੇ ਵੀ ਪੁਲਿਸ ਡਿਪਾਰਟਮੈਂਟ ਆ ਉਹ ਵੈਕਸੀਨ ਹੈਜ਼ੀਟੈਂਸੀ ਤੋਂ ਜਿਹੜੇ ਆ ਉਹ ਸਟਰਗਲ ਕਰ ਰਹੇ ਨੇ। ਕੋਵਿਡ-19 ਦੇ ਕਰਕੇ ਹੁਣ ਤੱਕ 47 ਸੀਬੀਪੀ ਦੇ ਮੁਲਾਜ਼ਮ ਆ ਉਹ ਮਰ ਚੁੱਕੇ ਨੇ। ਇੱਕ ਕਹਿੰਦੇ ਵੀ ਪਿਛਲੇ ਮਹੀਨੇ ਹੀ ਬਾਰਡਰ ਪੈਟਰੋਲ ਏਜੰਟ ਆ ਉਹ ਆਪਣੀ ਰਿਟਾਇਰਮੈਂਟ ਤੋਂ ਕਹਿੰਦੇ ਕੁਛ ਦਿਨ ਹੀ ਦੂਰ ਸੀਗਾ ਤੇ ਜਦ ਉਸ ਦੀ ਜਿਹੜੀ ਉਹ ਮੌਤ ਹੋਈ ਆ। ਹੁਣ ਤੱਕ 11,500 ਜਿਹੜੇ ਮੁਲਾਜ਼ਮ ਆ ਸੀਬੀਪੀ ਦੇ ਇਸ ਤੋਂ ਪੀੜਤ ਹੋ ਚੁੱਕੇ ਨੇ। ਸੋ ਇਹ ਹੁਣ ਕਿਉਂਕਿ ਬਾਈਡਨ ਪ੍ਰਸ਼ਾਸਨ ਨੇ ਕਿਹਾ ਆ ਵੀ ਫੈਡਰਲ ਇੰਪਲੋਈਜ਼ ਆ ਉਹਨਾਂ ਨੂੰ ਨਵੰਬਰ 22 ਤੱਕ ਟੀਕਾ ਜਿਹੜਾ ਆ ਉਹ ਲਗਵਾਉਣਾ ਪਵੇਗਾ। ਪਰ ਉਹਨਾਂ ਦੀ ਜਿਹੜੀ ਆਪਣੀ ਯੂਨੀਅਨ ਆ ਜਾਂ ਉਹ ਲੋਕ ਨੇ ਉਹ ਹਾਲ ਦੀ ਘੜੀ ਇਸ ਚੀਜ਼ ਦੇ ਵਿਰੁੱਧ ਨੇ। 100% ਕਹਿੰਦੇ ਅਪੋਜ਼ ਕਰਦੇ ਆ ਵੀ ਮੈਂਡੇਟ ਜਿਹੜਾ ਆ ਉਹ ਨਹੀਂ ਹੋਣਾ ਚਾਹੀਦਾ। ਇਹ ਕਾਫੀ ਵੱਡੀ ਜਿਹੜੀ ਮੁਸ਼ਕਲ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹਰਜੋਤ ਸਿੰਘ ਜੀ ਆ ਸਕਦੀ ਹੈਗੀ ਆ, ਕਿਉਂਕਿ ਜੇ ਮੰਨ ਲਓ ਇਹ ਅਸਤੀਫੇ ਦਿੰਦੇ ਨੇ ਵੀ ਅਸੀਂ ਨਹੀਂ ਕਰਨਾ ਕੰਮ, ਤਾਂ ਫਿਰ ਬਾਰਡਰਾਂ ਦੇ ਉੱਤੇ ਕਾਫੀ ਜਿਹੜੀ ਵੱਡੀ ਮੁਸ਼ਕਲ ਜਿਹੜੀ ਉਹ ਆ ਸਕਦੀ ਆ। ਸੀਬੀਪੀ ਦੇ ਉੱਦਾਂ ਅਧਿਕਾਰੀ ਦੱਸਦੇ ਨੇ, ਕਹਿੰਦੇ ਵੀ ਉੱਦਾਂ ਅਸੀਂ 1 ਮਿਲੀਅਨ ਟਰੈਵਲਰਸ ਏ ਡੇ ਐਵਰੀਡੇ ਪ੍ਰੋਸੈਸ ਕਰਦੇ ਹੁੰਦੇ ਸੀ ਪ੍ਰੀ ਪੈਂਡੈਮਿਕ ਦੇ ਦੌਰਾਨ, ਪਰ ਉਹ ਨੰਬਰ ਹੁਣ ਘਟ ਕੇ 6.5 ਲੱਖ ਦੇ ਉੱਤੇ ਜਿਹੜਾ ਉਹ ਆ ਗਿਆ ਹੈਗਾ ਆ। ਤੇ ਇਲੀਗਲ ਇਮੀਗ੍ਰੇਸ਼ਨ, ਟਰੈਵਲ, ਟ੍ਰੇਡਸ ਜਿਹੜੇ ਸਾਰੀਆਂ ਚੀਜ਼ਾਂ ਹੀ ਉਹਨਾਂ ਦੇ ਕਹਿਣ ਦੇ ਮੁਤਾਬਕ, ਆંકੜਿਆਂ ਦੇ ਮੁਤਾਬਕ ਕਹਿੰਦੇ ਆ ਵੀ ਉਹ ਹੁਣ ਘਟੀਆਂ ਹੈਗੀਆਂ ਨੇ। ਜੀ, ਅੱਜ ਕੈਲੀਫੋਰਨੀਆ ਦੇ ਵਿੱਚ ਕਈ ਜਗ੍ਹਾ ਦੇ ਵਿੱਚ ਕਹਿੰਦੇ ਵੀ ਮੀਂਹ ਕਾਫੀ ਪਊਗਾ। ਫ੍ਰਿਜ਼ਨੋ ਏਰੀਏ ਦੇ ਵਿੱਚ ਵੀ ਵੈਦਰ ਕਾਫੀ ਖਰਾਬ ਰਿਹਾ, ਤੇ ਅੱਜ ਤੜਕੇ ਹੀ ਫ੍ਰਿਜ਼ਨੋ 'ਚ 6 ਵਜੇ ਤੋਂ ਲੈ ਕੇ ਈਵਨ ਹੁਣ ਤੱਕ ਵੀ ਕਹਿੰਦੇ ਕਈ ਹਜ਼ਾਰ ਜਿਹੜੇ ਕਸਟਮਰ ਆ PG&E ਦੇ ਇਲੈਕਟ੍ਰੀਕਲ ਦੇ, ਉਹ ਬਿਨਾਂ ਪਾਵਰ ਤੋਂ ਰਹੇ। ਜੀ, ਪਹਿਲਾ ਸੀਜ਼ਨ ਦਾ ਜਿਹੜਾ ਮੀਂਹ ਆ ਹਰਜੋਤ ਸਿੰਘ ਜੀ ਪਿਆ ਆ, ਇੱਕ ਚੀਜ਼ ਜਿਹੜੀ ਉਹ ਹਮੇਸ਼ਾ ਹੁੰਦੀ ਆ ਵੀ ਜਿਸ ਵੀ ਟਾਈਮ ਪਹਿਲਾ ਮੀਂਹ ਪੈਂਦਾ ਆ, ਕਿਉਂਕਿ ਗੱਡੀਆਂ ਦਾ ਜਿਹੜਾ ਤੇਲ ਆ ਉਹ ਕਾਫੀ ਆਇਲ ਸਲਿੱਕ ਜਿਹੜੀਆਂ ਹੁੰਦੀਆਂ ਨੇ, ਸੋ ਤਿਲਕਣ ਜ਼ਿਆਦਾ ਹੁੰਦੀ ਆ। ਅੱਜ ਜਿਹੜੀ ਉਹ ਕਾਹਲੀ ਜਿਹੜੀ ਉਹ ਜ਼ਿਆਦੀ ਨਾ ਕਰਿਓ। ਵੈਸੇ ਵੀ ਮੀਂਹ ਦੇ ਦੌਰਾਨ ਕਾਹਲੀ ਜਿਹੜੀ ਇੱਦਾਂ ਨਹੀਂ ਕਰਨੀ ਚਾਹੀਦੀ। ਹਿਸਾਬ ਦੇ ਨਾਲ ਜਿਹੜੀ ਆ ਉਹ
ਤੁਸੀਂ ਆਰਾਮ ਦੇ ਨਾਲ ਜਿਹੜੀ ਉਹ ਚਲਾਇਓ, ਤਾਂ ਜੋ ਇੱਦਾਂ ਦੀ ਮੁਸ਼ਕਲ ਜਿਹੜੀ ਉਹ ਤੁਹਾਨੂੰ ਨਾ ਝੱਲਣੀ ਜਿਹੜੀ ਪਵੇ, ਐਕਸੀਡੈਂਟ ਵਗੈਰਾ ਦੇ ਵਿੱਚ ਨਾ ਜਿਹੜਾ ਦਿਓ। ਆਮ ਦੇ ਨਾਲੋਂ ਸਪੀਡ ਜਿਹੜੀ ਉਹ ਸਲੋ ਰੱਖਿਓ, ਕਿਉਂਕਿ ਕਾਫੀ ਜ਼ਿਆਦਾ ਸਲਿੱਪਰੀ ਜਿਹੜਾ ਇਹ ਬਣ ਜਾਂਦੀਆਂ ਨੇ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਹੁਣ ਪ੍ਰੋਗਰਾਮ ਦਾ ਸਮਾਪਤ ਆ। ਮਿਲਦੇ ਹਾਂ ਜੀ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਹੁਣ ਅਗਲੀ ਵਾਰ। ਉਦੋਂ ਤੱਕ ਲਈ ਇਜਾਜ਼ਤ ਦਿਓ ਮੈਨੂੰ, ਰਾਜਕਰਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ। ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ, ਸਤਿਕਾਰ, ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ। ਇਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US। US